ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਤੂੰ ਚਾਉ ਸੱਜਣ ਮੈਂਡਿਆ ਦੇਈ ਸਿਸ ਉਤਾਰ ਨੈਣ ਮਹੰਜੇ ਤਰਸ ਦੇ ਕਦ ਪਸੀਂ ਦੀਦਾਰ ਸੁਖੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਮੇਰੇ ਸਾਹ ਮਹਰ ਦਰਸ਼ਨ ਸੁਖ ਹੋਏ ਹਮਾਰੀ ਬੇਦਨ ਤੂੰ ਜਾਣਤਾ ਸਾਹ ਅਵਰ ਕਿਆ ਜਾਣੈ ਕੋਇ। ਮੇਰੇ ਸਾਹ ਮਹਰ ਦਰਸ਼ਨ ਸੁਖ ਹੋਏ ਹਮਾਰੀ ਬੇਦਨ ਤੂੰ ਜਾਣਤਾ ਸਾਹ ਅਵਰ ਕਿਆ ਜਾਣੈ ਕੋਇ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹ ਦੂਜਾ ਨਾਹੀ ਕੋਇ। ਸਭਨਾ ਵਿੱਚ ਤੂੰ ਵਰਤਦਾ ਸਾਹ ਸਭ ਤੁਝ ਹੈ ਧਿਆਵਹਿ ਦਿਨ ਰਾਤ ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹ ਤੂੰ ਸਭਨਾ ਕਰ ਹੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੁਝ ਤੇ ਬਾਹਰ ਕੋਈ ਨਾਹੀ
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ। ਸਭ ਤੁਝ ਹੀ ਮਾਹੇ ਸਮਾਹੇ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਭ ਤੁਝ ਹੈ ਧਿਆਵੈ ਮੇਰੇ ਸਾਹੋ। ਜੋ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ। ਸੱਚ ਨਾਨਕ ਕੇ ਪਾਤਸ਼ਾਹ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਭ ਤੁਝ ਹੈ ਧਿਆਵੈ ਮੇਰੇ ਸਾਹੋ। ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ। ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗਹੁ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਤਖਤ ਤੇ ਹਕੀਕਤ ਤੇ ਸੁਭਾਇਮਾਨ। ਮੇਰੇ ਦਸਾਂ ਹੀ ਪਾਤਸ਼ਾਹੀਆਂ ਦੇ ਹਿਰਦਾ ਸਵਰੂਪ ਸਤਿਗੁਰੂ ਸਾਹਿਬ। ਪੋਥੀ ਪਰਮੇਸ਼ਰ ਕਾ ਥਾਨ ਸੱਚੀ ਸਰਕਾਰ ਸ਼ਬਦ ਬ੍ਰਹਮ ਸਤਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਦੁੱਤੀ ਹਜ਼ੂਰੀ ਅੰਦਰ ਸੱਜ ਬੈਠੇ ਮੇਰੇ ਗੁਰਦੇਵ ਪਿਤਾ ਜੀ ਦੇ ਖਾਸ ਰੂਪ ਗੁਰੂ ਪਿਆਰੇ ਸਨਮਾਨਯੋਗ ਸਤ ਸੰਗੀ ਜਨੋ। ਆਪ ਜੀ ਵਡਭਾਗੇ ਹੋ ਜੋ ਦੂਰੋਂ ਨੇੜਿਓਂ ਚੱਲ ਕੇ ਲੰਮੀਆਂ ਦੂਰੀਆਂ ਤੈਅ ਕਰਦੇ ਹੋਏ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਅਸਥਾਨ ਤੇ ਸੁਭਾਇਮਾਨ ਹੋ ਬੈਠੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁਖਵਾਕ ਸਾਹਿਬ ਜੀ ਦੇ ਪਾਠ ਆਪ ਜੀ ਨੇ ਸਤਕਾਰ ਸਹਿਤ ਗ੍ਰੰਥੀ ਸਾਹਿਬਾਨ ਜੀ ਦੀ ਮੁਤਬਰਕ ਰਸਨਾ ਤੋਂ ਸਰਵਣ ਕੀਤੇ ਨੇ। ਖਾਲਸਾ ਜੀ, ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਗੁਰੂ ਕਾ ਲਾਲ ਗੁਰੂ ਦਾ ਸਿੱਖ ਬੈਠਾ ਹੈ ਨਾ, ਸੱਚ ਜਾਣਿਓ ਉਹ ਅਰਦਾਸ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਦੀ ਮੰਗ ਜ਼ਰੂਰ ਕਰਦਾ ਹੈ। ਭਾਵੇਂ ਕਿ ਬਹੁਤ ਹੋਰ ਵੀ ਗੁਰਧਾਮ ਨੇ, ਪਰ ਜਦੋਂ ਸਿੱਖ ਜੁੜ ਕੇ ਅਰਦਾਸ ਕਰਦਾ ਹੈ ਨਾ, ਤੇ ਭਾਵਨਾ ਉਸ ਦੀ ਇਹ ਹੁੰਦੀ ਹੈ ਕਿ ਮਾਲਕਾ ਜ਼ਿੰਦਗੀ ਦੇ ਅੰਦਰ ਮੌਕਾ ਬਖਸ਼ੀ ਤਾਂ ਕਿ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਵੀ ਕਰ ਸਕਾਂ ਤੇ ਨਾਲ ਦੀ ਨਾਲ ਸੱਚ ਜਾਣਿਓ ਇਸ਼ਨਾਨ ਵੀ ਕਰ ਸਕਾਂ। ਇਸ਼ਨਾਨ ਕਰਨ ਦੇ ਨਾਲ ਤਨ ਦੀ ਮੈਲ ਤੇ ਰੋਗ ਦੂਰ ਹੋ ਜਾਂਦੇ ਨੇ। ਹਰਿਮੰਦਰ ਸਾਹਿਬ ਜੀ ਦੇ ਵਿੱਚ ਬੈਠ ਗੁਰਬਾਣੀ ਦਾ ਕੀਰਤਨ ਤੇ ਮੁਖ ਵਾਕ ਦੀ ਕਥਾ ਸੁਣਨ ਦੇ ਨਾਲ ਮਨ ਦੇ ਰੋਗ ਦੂਰ ਹੁੰਦੇ ਨੇ। ਸਰੋਵਰ ਵਿੱਚ ਇਸ਼ਨਾਨ ਕਰੀਏ ਤੇ ਤਵਾਰੀਖ ਦੇ ਅੰਗ ਨੇ ਕਿ ਕੋੜਿਆਂ ਦੇ ਕੋੜ ਦੂਰ ਹੋ ਗਏ, ਪਰ ਸੱਚ ਜਾਣਿਓ ਜਿਨ੍ਹਾਂ ਨੇ ਗੁਰਬਾਣੀ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਿਆ ਉਹਨਾਂ ਦਾ ਮਨ ਦਾ ਕੋੜ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਦਾ ਸਦਾ ਵਾਸਤੇ ਦੂਰ ਕਰ ਦਿੱਤਾ। ਆਓ ਜੋ ਉਪਦੇਸ਼ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਸ੍ਰੀ ਮੁਖਵਾਕ ਸਾਹਿਬ ਦੇ ਵਿੱਚ ਦੇ ਰਹੇ ਨੇ, ਇਕਾਗਰਤਾ ਦੇ ਦੁਆਰਾ
ਉਸ ਮੁਖ ਵਾਕ ਦੀ ਵਿਚਾਰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ। ਰਾਗਾਂ ਦੀ ਤਰਤੀਬ ਅਨੁਸਾਰ ਖਾਲਸਾ ਜੀ ਰਾਗ ਹੈ ਧਨਾਸਰੀ। ਮਹੱਲਾ ਚੌਥਾ। ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਹਜੂਰ ਪਿਤਾ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਬਚਨ। ਉਹ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ 24 ਸਤੰਬਰ ਸਨ 1534 ਨੂੰ ਪਿਤਾ ਹਰਦਾਸ ਤੇ ਮਾਤਾ ਦਇਆ ਕੌਰ ਦੀ ਕੁੱਖੋਂ ਚੂਨਾ ਮੰਡੀ ਲਾਹੌਰ ਦੀ ਧਰਤੀ ਤੇ ਹੁੰਦਾ ਹੈ। ਬਚਪਨ ਦੇ ਵਿੱਚ ਹੀ ਮਾਂ ਚੜ੍ਹਾਈ ਕਰ ਜਾਂਦੀ ਹੈ, ਪਿਤਾ ਜੀ ਅਕਾਲ ਚਲਾਣਾ ਕਰ ਜਾਂਦੇ ਨੇ, ਯਤੀਮ ਹੋ ਜਾਂਦੇ ਨੇ। ਨਾਨੀ ਜਾਂਦੀ ਹੈ, ਸਰੀਕੇ ਨੂੰ ਕਹਿੰਦੀ ਹੈ ਤੁਹਾਡੇ ਪਰਿਵਾਰ ਦੇ ਅੰਗ ਨੇ, ਇਹਨਾਂ ਦੀ ਸੰਭਾਲ ਕਰੋ। ਸਰੀਕਾ ਬਰਾਦਰੀ ਸਿਰ ਫੇਰ ਦਿੰਦਾ ਹੈ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਗੁਰੂ ਸਵਾਰਿਓ, ਮਾਂ ਮਿੱਟਰ ਬੱਚਾ ਨਹੀਂ ਪਾਲਿਆ ਜਾ ਸਕਦਾ। ਮਾਂ ਮਿੱਟਰ ਉਹਨੂੰ ਬੋਲਦੇ ਜੀ ਜਿਹਦੀ ਮਾਂ ਅਕਾਲ ਚਲਾਣਾ ਕਰ ਜਾਏ, ਜਿਹਦੀ ਮਾਂ ਚੜ੍ਹਾਈ ਕਰ ਜਾਏ। ਮਾਂ ਦੀ ਅਣਹੋਂਦ ਸਦਾ ਸਦਾ ਵਾਸਤੇ ਬੱਚੇ ਨੂੰ ਯਤੀਮ ਕਰ ਜਾਂਦੀ ਹੈ। ਉਹ ਕਹਿੰਦੇ ਇਹ ਤੇ ਯਤੀਮ ਹੈ, ਨਾ ਮਾਂ ਨਾ ਪਿਤਾ। ਨਾਨੀ ਬਾਸਰ ਕੇ ਲੈ ਆਈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਮਿਲਾਪ ਹੋਇਆ, ਅੰਦਰ ਨੂੰ ਠੰਡਾਂ ਪਈਆਂ, ਅਧਿਆਤਮਿਕ ਗੱਲਾਂ ਚੱਲੀਆਂ। ਗੁਰੂ ਅਮਰਦਾਸ ਮਹਾਰਾਜ ਇਹਨਾਂ ਕੋ ਤੁਰਠੇ ਜਿਹਨੂੰ ਲੋਕ ਆਖਦੇ ਸੀ ਇਹ ਯਤੀਮ ਹੈ, ਇਹਦੀ ਮਾਂ ਇਹਦੇ ਸਿਰ ਦੇ ਉੱਤੇ ਨਹੀਂ, ਇਹਦਾ ਪਿਤਾ ਇਹਦੇ ਸਿਰ ਦੇ ਉੱਤੇ ਨਹੀਂ ਤੇ ਮਾਂ ਮਿੱਟਰ ਹੈ। ਤੇ ਸੱਜਣੋ ਸੱਚ ਜਾਣਿਓ, ਜਦੋਂ ਗੁਰੂ ਨੇ ਸਿਰ ਦੇ ਉੱਤੇ ਹੱਥ ਧਰ ਦਿੱਤਾ ਤੇ ਧੁਰ ਕੀ ਬਾਣੀ ਦਾ ਬਚਨ ਨੇ ਕਹਿੰਦੇ ਜੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਜਿਹੜੇ ਸਤਿਗੁਰੂ ਕਿਸੇ ਵਕਤ ਭਾਈ ਜੇਠੇ ਦੇ ਰੂਪ ਦੇ ਅੰਦਰ ਲਾਹੌਰ ਦੀਆਂ ਗਲੀਆਂ ਦੇ ਵਿੱਚ ਵਿਚਰਦੇ ਸਨ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣਾ ਪਿਛੋਕੜ ਲੁਕਾਇਆ ਨਹੀਂ। ਸੱਚ ਜਾਣਿਓ, ਬੰਦਾ ਭਾਵੇਂ ਬਾਦਸ਼ਾਹ ਬਣ ਜਾਏ, ਭਾਵੇਂ ਰਾਜਾ ਬਣ ਜਾਏ, ਆਪਣਾ ਪਿਛੋਕੜ ਨਹੀਂ ਵਿਸਾਰਨਾ ਚਾਹੀਦਾ। ਜਿਹੜੇ ਲੋਕ ਅਕਸਰ ਆਪਣਾ ਪਿਛੋਕੜ ਭੁੱਲ ਜਾਂਦੇ ਨੇ, ਰਾਜੇ ਬਣ ਜਾਂਦੇ ਨੇ, ਫਿਰ ਉਹ ਪ੍ਰਜਾ ਨੂੰ ਨਿਆਂ ਨਹੀਂ ਦਿੰਦੇ, ਉਹ ਪ੍ਰਜਾ ਦੇ ਉੱਤੇ ਅਨਿਆਂ ਕਰਦੇ ਨੇ। ਮਾਲਕ ਜੀ ਕੀ ਫਰਮਾਉਂਦੇ ਨੇ, ਕਹਿੰਦੇ ਦਾਨੰ ਪਰਾ ਪੁਰਬੇਣ ਪੁਚੰਤੇ ਮਹੀਪਤੇ ਵਿਪਰੀਤ ਬੁੱਧਿੰ ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਤੇ। ਇਨਸਾਨ ਪੁਰਾਣੇ ਕੀਤੇ ਹੋਏ ਕਰਮਾਂ ਅਨੁਸਾਰ ਬਾਦਸ਼ਾਹ ਬਣਦਾ ਹੈ ਤੇ ਜਦੋਂ ਬਾਦਸ਼ਾਹ ਬਣ ਕੇ ਪ੍ਰਜਾ ਦੇ ਨਾਲ ਧੱਕਾ ਕਰਦਾ ਹੈ, ਦਾਨੰ ਪਰਾ ਪੁਰਬੇਣ ਪੁਚੰਤੇ ਮਹੀਪਤੇ ਵਿਪਰੀਤ ਬੁੱਧਿੰ, ਜਦੋਂ ਵਾਹਿਗੁਰੂ ਦੀ ਬੁੱਧੀ ਦੇ ਉੱਤੇ ਪਰਦਾ ਪਾ ਦਿੰਦਾ ਫਿਰ ਕੀ ਹੁੰਦਾ ਜੀ? ਮਾਰਤ ਲੋਕੇ, ਉਹ ਲੋਕਾਂ ਨੂੰ ਮਾਰਦਾ ਹੈ, ਲੋਕਾਂ ਤੇ ਤਸ਼ੱਦਦ ਕਰਦਾ ਹੈ। ਨਾਨਕ ਚਿਰੰਕਾਲ ਦੁੱਖ ਭੋਗਤੇ। ਭਾਵੇਂ ਕਿ ਲੋਕ ਕੁਝ ਕਰ ਨਹੀਂ ਸਕਦੇ, ਪਰ ਸੱਜਣੋ ਸੱਚ ਜਾਣਿਓ, ਉਹਨਾਂ ਦੇ ਅੰਦਰੋਂ ਜਿਹੜੀ ਇੱਕ ਹੂਕ ਨਿਕਲਦੀ ਹੈ, ਇੱਕ ਅਰਦਾਸ ਨਿਕਲਦੀ ਹੈ, ਇੱਕ ਬੇਨਤੀ ਨਿਕਲਦੀ ਹੈ, ਉਸ ਬੇਨਤੀ ਦੀ ਬਦੌਲਤ ਉਹ ਬਾਦਸ਼ਾਹ ਜਿਹੜਾ ਅਨਿਆਂ ਕਰਦਾ ਹੈ, ਨਾਨਕ ਚਿਰੰਕਾਲ ਦੁੱਖ ਭੋਗਤੇ, ਉਹ ਲੰਬਾ ਸਮਾਂ ਫਿਰ ਨਰਕਾਂ ਦੀ ਡੂੰਘੀ ਖਾਈ ਦੇ ਵਿੱਚ ਡਿੱਗ ਕੇ ਹਮੇਸ਼ਾ ਹਮੇਸ਼ਾ ਵਾਸਤੇ ਦੁੱਖ ਪਾਉਂਦਾ ਹੈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੱਜਣੋ, ਪਦਵੀ ਮਿਲ ਜਾਣ ਤੋਂ ਪਰੰਤ ਕਦੀ ਆਪਣਾ ਪਿਛੋਕੜ ਨਹੀਂ ਭੁੱਲੀਦਾ। ਮਹਾਰਾਜ ਆਪਣੇ ਪਿਛੋਕੜ ਨੂੰ ਗੁਰਬਾਣੀ ਵਿੱਚ ਦਰਜ ਕਰ ਗਏ। ਸੱਚੀ ਸਰਕਾਰ ਨੇ ਕੋਈ ਪਰਦਾ ਨਹੀਂ ਪਾਇਆ ਕਿ ਮੇਰਾ ਪਿਛੋਕੜ ਬੜਾ ਵੱਡ ਵਡੇਰਾ ਸੀ, ਮੈਂ ਬੜਾ ਰਾਜਾ ਤੇ ਦਾਨਾ ਪ੍ਰਦਾਨਾ ਸਾਂ। ਕਹਿੰਦੇ ਨਹੀਂ, ਦੁਨੀਆ ਵਾਲਿਓ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ
साबिद तुम हर जानो आपे, हम रुलते फिरते कोई बात ना पूछता। कदी इस लैवल दे उत्ते सोचिए जरूर। हम रुलते फिरते कोई बात न पूछता। दातिया जिन्नी देर तक तू सिर दे उत्ते हाथ नहीं सी रखिया, मैं ते रुलदा फिरदा सा, रुलदा फिरदा, कोई बात ना पूछता। किन्नी दुनिया वसदी होएगी सज्जणों, सच जानियो लाहौर दी धरती ते लोग मुंह पासे नूं करके लंघ जांदे सन, कहंदे इहदी मां मर गई है, इन्हें इदां दा मुंह क्यों बनाया है? कहंदे की करे विचारा, इहदी मां जो सिर दे उत्ते नहीं। सज्जणों मावां दे दुख डाढे दुख होया करदे ने, परिवारां दे दुख डाढे दुख होया करदे ने। कहंदे हम रुलते फिरते कोई बात ना पूछता, गुर सतगुर संग कीरे हम थापे। कहंदे इस समय दे विच जे गुरु मेरी बांह ना फड़दा ते मैं रुल जाना सी। और सच जाणियो अक्सर जदों आपां दुनिया विच वेखदे किसी कारण परिवार दे विचों घाटा पै जांदा है, कोई जीव चला जांदा है, जां छोटा बच्चा रह जांदा है, मां मीटर बच्चा सज्जणों सच जाणियो जां मंगता बन जांदा जे, जां चोर बन जांदा है, डाकू बन जांदा है। पर धन गुरु रामदास महाराज जी ने इदां नहीं किया। कहंदे देखो जीवां दा संग ते साथ आउणा ते जाना बनिया है। जेड़ा जीव वाहिगुरु जी ने पैदा कीता है वो मेहनत करे। धन गुरु रामदास महाराज हजूर पिता जी ने मेहनत की ते भट्ट साहबान ने भी ये गल लिख दी कि गुरु रामदास महाराज जी वर्गा बादशाह कोई नहीं। देखो किन्नियां संगतां ने, गुरु के लंगर सजी जांदे ने, संगतां छकी जांदियां ने, किड्डियां वड्डियां वड्डियां सरावां ने, संगतां आ रहीआं ने, रिहाइश दा आनंद माण रहीआं। गुरु रामदास महाराज जी दे सरोवर दे अंदर इशनान करदियां ने, गुरबाणी पढ़दियां ने। धन गुरु रामदास महाराज सोढी सुल्तान सच्ची सरकार धनासरी राग दे विच अज दा शब्द उचारदे ने। की कहंदे ने? कहंदे मेरे शाहा मैं हर दर्शन सुख होए। हे मेरे शाहूकार सतगुरा मैं हर दर्शन सुख होए। जदों मैं तेरे दर्शन कर लैना ना मैनू सुख मिल जाता है। और सच जाणियो शाहूकारे दा सुख दे नाल बड़ा गहरा संबंध है। शाहूकारे दा सुख दे नाल बड़ा गहरा संबंध है। ते साडे मन दे विच इदां दा फुरना बनदा है कि जिहड़ा इंसान शाहूकार आ, बहुत ज्यादा सरमाएदार आ, वो ते बड़ा सुखी होएगा। सच जाणियो रुपये दे आउण दे नाल सुख नहीं जे आउंदे। दूजा कंसैप्ट बंदा सोचदा भी मैं अपना देश छड्ड दूजे देश विच चल जा। जिद्दां साडी हुण प्रवास करन दी बिरती है, इत्थों असीं पंजाब नूं छट्टी जा रहे हां, विदेशां दी धरती दे उत्ते जाके सैटल हो रहे हां। सच जाणियो ये जिहड़ा पंजाब गुरां दे नां ते वसदा है, जिस तेजी दे नाल असीं प्रवास करते जा रहे हां, साडे गुरधाम, साडियां संप्रदावां, साडियां जथेबंदियां, इन्हां दी देख रेख केयर टेक साम संभाल कौन करेगा? की साडी जिम्मेवारी नहीं? मेरे सच्चे पातशाह महाराज समझा रहे, कहंदे देखी रुपया आउण दे नाल सुख नहीं आउंदा, देश छड्ड प्रदेश जाण दे नाल भी सुख नहीं आउंदा। मालक जी धुर की बाणी दे विच किथे को लिखिया है? मालक दा बचन है, जिस ग्रह बहुत तिसै ग्रह चिंता, जिस ग्रह थोरी सो फिरे परमंता, दोहों व्यवस्था ते जो मुक्ता सोई सोहेला भली है। सच्ची सरकार ने कह दिता एक वो जेड़ा धन दे मगर दौड़ रहा है कि सुख मिल जाणगे। सुख ना ही बहुता धन खट है, सुख ना ही पिख है नृत नट है, सुख ना ही बहु देश कमाए, सर्ब सुखा हर हर गुण गाए। पहले ने सोचा भी धन कमा लवां सुख मिल जू, दूजे ने वेख्या धन चों ते सुख मिलिया नहीं, उन्हें धन की दुरवरतों पिखे नृत नाटे नाच वेखने शुरू कर दिते। ते सच जाणियो
ਗੁਰੂ ਗੋਬਿੰਦ ਸਿੰਘ ਮਹਾਰਾਜ ਹਜੂਰ ਪਿਤਾ ਜੀ ਨੇ ਨਾਂਦੇੜ ਦੀ ਧਰਤੀ ਦੇ ਉੱਤੇ ਜਿਹੜੇ ਹੁਕਮ ਕੀਤੇ ਨਾ 52 ਹੁਕਮ, ਉਹਨਾਂ ਹੁਕਮਾਂ ਦੇ ਵਿੱਚੋਂ ਇੱਕ ਹੁਕਮ ਹੈ ਕਿ ਗੁਰੂ ਦਾ ਸਿੱਖ ਵੇਸਵਾ ਦਾ ਨਾਚ ਨਾ ਵੇਖੇ। ਪਰ ਸੱਚ ਜਾਣਿਓ, ਵੇਖਿਆ ਨ੍ਰਿਤ ਨਾਟੇ? ਅੱਜ ਹਰੇਕ ਇਨਸਾਨ ਉਸ ਨ੍ਰਿਤ ਨਾਟੇ ਸੁੱਖ ਦੇ ਅੰਦਰ ਗਲਤਾਨ ਹੈ, ਸੋਚਦਾ ਵੀ ਨਹੀਂ ਇਹ ਸਾਡਾ ਮਨੋਰੰਜਨ ਹੈ। ਸੱਜਣੋ, ਇਹ ਮਨੋਰੰਜਨ ਨਹੀਂ। ਮਨ ਦੀ ਖੁਰਾਕ ਕੀ ਸੀ? ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸੁਖ ਨਾਹੀ ਪੇਖੈ ਨ੍ਰਿਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ। ਬਹੁਤ ਸਾਰੇ ਦੇਸ਼ਾਂ ਦੀ ਕਮਾਈ ਆਉਣ ਦੇ ਨਾਲ ਵੀ ਬੰਦਾ ਸੁਖੀ ਨਹੀਂ। ਪੁੱਛਿਆ ਮਹਾਰਾਜ ਕਿੱਦਾਂ ਸੁਖ ਮਿਲੇਗਾ? ਕਹਿੰਦੇ ਸਰਬ ਸੁਖਾ ਹਰ ਹਰ ਗੁਣ ਗਾਏ, ਕਿਤੇ ਉਹਦੇ ਗੁਣ ਗਾ ਲਿਆ ਕਰ। ਜਿਹੜੇ ਸੱਜਣ ਅੰਮ੍ਰਿਤ ਵੇਲੇ ਉੱਠ ਕੇ ਦਾਤੇ ਦੇ ਚਰਨਾਂ ਵਿੱਚ ਜੁੜ ਕੇ ਉਹਦੇ ਗੁਣ ਗਾ ਲੈਂਦੇ ਨੇ ਨਾ, ਸੱਜਣੋ ਸਾਰਾ ਦਿਨ ਉਹਨਾਂ ਦਾ ਬੜੀ ਖੁਸ਼ੀ ਤੇ ਬੜੇ ਵਿਗਾਸ ਦੇ ਵਿੱਚ ਜਾਂਦਾ ਹੈ। ਤੇ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਬਖਸ਼ਿਸ਼ ਕਰਦੇ, ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਠੀਕ ਆ, ਰੁਪਈਏ ਮੇਰੇ ਕੋਲ ਕੋਈ ਨਹੀਂ, ਧਨ ਕਰਕੇ ਮੈਂ ਬਹੁਤਾ ਅਮੀਰ ਨਹੀਂ, ਮਾਤਾ ਪਿਤਾ ਦਾ ਸਾਇਆ ਵੀ ਦਾਤਿਆ ਤੇਰੀ ਕਿਰਪਾ ਦੇ ਨਾਲ ਸਿਰ ਦੇ ਉੱਤੇ ਨਹੀਂ, ਪਰ ਦਾਤਿਆ ਮੈਂ ਤੇਰੇ ਦਰਸ਼ਨ ਤੇ ਕਰਦਾ ਆ ਨਾ। ਸੱਚ ਜਾਣਿਓ ਖਾਲਸਾ ਜੀ, ਅਸੀਂ ਤੇ ਤੁਸੀਂ ਇੱਕ ਦੂਸਰੇ ਨੂੰ ਵੇਖਦੇ ਆਂ, ਅਸੀਂ ਤੇ ਤੁਸੀਂ ਇੱਕ ਦੂਸਰੇ ਨੂੰ ਵੇਖਦੇ ਆਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਂ ਵੇਖਦੇ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਸੀਂ ਦਰਸ਼ਨ ਕਰਦੇ ਆਂ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨੰਦਨ ਨੀਤ। ਸੱਚੀ ਸਰਕਾਰ ਨੇ ਇੱਕ ਥਾਂ ਤੇ ਹੋਰ ਬੜੇ ਪਿਆਰ ਦੇ ਨਾਲ ਬਖਸ਼ਿਸ਼ ਕੀਤੀ। ਕਹਿੰਦੇ ਧਰਮ ਦੇ ਰਸਤੇ ਤੇ ਚੱਲਿਆ, ਜਿਵੇਂ ਜਿਵੇਂ ਮੈਂ ਧਰਮ ਤੇ ਧਰਮੀਆਂ ਦੇ ਨੇੜੇ ਆਇਆ, ਉਹਨਾਂ ਧਰਮੀਆਂ ਦੇ ਵਿੱਚੋਂ ਮੇਰੇ ਦਾਤਿਆ ਮੈਨੂੰ ਤੇਰੇ ਦਰਸ਼ਨ ਹੋਏ। ਤੇ ਸੱਚ ਜਾਣਿਓ, ਹਜ਼ਾਰਾਂ ਹੀ ਲੋਕ ਆ ਰਹੇ ਹੋਣ ਤੇ ਜਾ ਰਹੇ ਹੋਣ, ਰੇਲਵੇ ਸਟੇਸ਼ਨਾਂ ਤੇ ਕਿੰਨੀ ਭੀੜ ਇਕੱਠੀ ਹੁੰਦੀ ਹੈ, ਏਅਰਪੋਰਟਾਂ ਤੇ ਕਿੰਨੀ ਭੀੜ, ਲੋਕ ਕਿੰਨੇ ਇਕੱਠੇ ਹੁੰਦੇ ਨੇ, ਪਰ ਜੇਕਰ ਉਹਨਾਂ ਦੇ ਵਿੱਚੋਂ ਕੋਈ ਆਪਣਾ ਜਾਣੂ ਨਾ ਹੋਵੇ, ਕਿਸੇ ਆਪਣੇ ਦੇ ਦਰਸ਼ਨ ਨਾ ਹੋਣ, ਤੇ ਸੱਜਣੋ ਸੱਚ ਜਾਣਿਓ ਉਹ ਭੀੜ ਵੀ ਵੀਰਾਨ ਲੱਗਦੀ ਏ। ਪਰ ਉਸ ਭੀੜ ਦੇ ਵਿੱਚੋਂ ਜੇਕਰ ਕਿਸੇ ਸਾਨੂੰ ਸਾਡੇ ਆਪਣੇ ਦੇ ਦਰਸ਼ਨ ਹੋ ਜਾਣ ਨਾ, ਸੱਤ ਵੱਲ ਭੰਨ ਕੇ ਵੀ ਅਸੀਂ ਉਸ ਦੇ ਦਰਸ਼ਨਾਂ ਵਾਸਤੇ ਜਾਣੇ। ਮੱਲ ਕਹਿੰਦੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਦ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਤੇ ਸੱਚ ਜਾਣਿਓ, ਇੱਕ ਓੰਕਾਰ ਤੋਂ ਲੱਗ ਕੇ 18 10 20 ਤੱਕ ਇਹ ਗੁਰੂ ਦੇ ਦਰਸ਼ਨ ਹੀ ਨੇ। ਸਿੱਖ ਤੇ ਅਰਦਾਸ ਇਹ ਕਰਦਾ ਹੈ, ਮਾਲਕਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਮਾਲਕਾ ਜਦੋਂ ਮੈਂ ਤੇਰਾ ਦਰਸ਼ਨ ਕਰਦਾ ਨਾ, ਇਹ ਮੈਨੂੰ ਜੀਵਨ ਮਿਲਦਾ ਹੈ। ਤੇ ਜੇਕਰ ਤੇਰੇ ਦਰਸ਼ਨ ਕਿਸੇ ਕਾਰਨ ਮੈਂ ਨਾ ਕਰ ਸਕਾਂ, ਤੇ ਸੱਚੇ ਪਾਤਸ਼ਾਹ ਮਹਾਰਾਜ ਉਹ ਦਿਨ ਮੈਂ ਜਿਉਂਦਾ ਨਹੀਂ। ਆਖਾਂ ਜੀਵਾਂ ਵਿਸਰੈ ਮਰ ਜਾਓ, ਮੇਰੇ ਵਾਸਤੇ ਉਹ ਸਮਾਂ ਸੱਚ ਜਾਣਿਓ ਮਰਨ ਦੇ ਬਰਾਬਰ ਹੈ, ਜਿਸ ਵਕਤ ਮੇਰੀਆਂ ਅੱਖਾਂ ਤੇਰੇ ਦਰਸ਼ਨ ਨਹੀਂ ਕਰਦੀਆਂ। ਲੱਖਾਂ ਦੀ ਭੀੜ ਦੇ ਵਿੱਚੋਂ ਮੇਰੀਆਂ ਅੱਖਾਂ ਤੇਰੇ ਦੀਦਾਰਾਂ ਨੂੰ ਤੱਕਦੀਆਂ ਰਹਿੰਦੀਆਂ ਨੇ। ਤੇ ਧੰਨ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ। ਕਹਿੰਦੇ ਦਾਤਿਆ ਕਿਸ ਹੀ ਕੋਈ ਕੋਏ ਮੰਨ ਨਿਮਾਣੀ ਇੱਕ ਤੋਂ। ਕਿਸੇ ਨੂੰ ਕਿਸੇ ਦਾ ਆਸਰਾ ਹੋ ਸਕਦਾ ਹੈ, ਕੋਈ ਕਿਸੇ ਨੂੰ ਵੇਖ ਕੇ ਜਿਉਂਦਾ ਹੋ ਸਕਦਾ ਹੈ, ਕੋਈ ਧੀ ਨੂੰ ਵੇਖੇਗਾ, ਕੋਈ ਪੁੱਤ ਨੂੰ ਵੇਖੇਗਾ, ਕੋਈ ਭੈਣ ਨੂੰ ਵੇਖੇਗਾ, ਕੋਈ ਭਰਾ ਨੂੰ ਵੇਖੇਗਾ। ਮੇਰਾ ਮਾਲਕ ਕਹਿੰਦਾ ਦਾਤਿਆ ਮੈਨੂੰ ਤੇ ਕੇਵਲ ਤੇਰਾ ਆਸਰਾ ਹੀ। ਤੇਰੇ ਦਰਸ਼ਨ ਕਰਨ ਦੇ ਨਾਲ ਮੇਰੇ ਹਿਰਦੇ ਦੇ ਅੰਦਰ ਸੁਖ ਆ ਜਾਂਦਾ ਹੈ। ਆਮ ਤੌਰ ਤੇ ਆਪਾਂ ਕਿਸੇ ਸ਼ਾਹੂਕਾਰ ਦੇ ਕੋਲੋਂ ਪੈਸੇ ਲੈ ਹੋਣ, ਮੇਰੇ ਸ਼ਾਹ ਦਾ ਅਰਥ ਹੈ ਸ਼ਾਹੂਕਾਰ, ਪੈਸੇ ਲੈ, ਸ਼ਾਹੂਕਾਰ ਬੜਾ ਚੰਗਾ ਸੀ, ਹੁਣ ਲੈ ਲੈਨੇ। ਹੁਣ ਸੋਚਦੇ ਸ਼ਾਹੂਕਾਰ ਮੱਥੇ ਨਾ ਲੱਗ ਜਾਏ, ਕਿਉਂ? ਕਿਉਂਕਿ ਉਹਦੇ ਕੋਲ ਪੈਸੇ ਲੈ, ਜੇ ਲੈ ਆ ਤੇ ਉਹਨੂੰ ਵਾਪਸ ਕਰਨੇ ਆ, ਸੋਚਦੇ ਆ ਪਾਸਿਓਂ ਦੀ ਲੰਘ ਜਾਈਏ। ਪਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਦਾਤਿਆ ਤੂੰ ਏਦਾਂ ਦਾ ਸ਼ਾਹੂਕਾਰ ਹੈ ਜਿਹੜਾ ਦੇ ਦੇਣਾ ਏ, ਦੇ ਦੇਣ ਤੋਂ ਬਾਅਦ ਵਾਪਸ ਕਰਨ ਦੇ ਬਾਰੇ ਤੂੰ ਪੁੱਛਦਾ ਤੱਕ ਨਹੀਂ। ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ
ਸੋ ਆਪੇ ਕਰੇ। ਕਿਸੇ ਦੁਨਿਆਵੀ ਇਹ ਸ਼ਾਹੂਕਾਰ ਦੇ ਕੋਲੋਂ ਆਪਾਂ ਰੁਪਈਏ ਲੈਣੇ ਹੋਣ ਨਾ, ਉਹ ਆਖੇਗਾ ਜਾ ਜਾ ਕੇ ਕੋਈ ਗਵਾਹ ਲੈ ਕੇ ਆ। ਪਰ ਗੁਰੂ ਸ਼ਾਹ ਇਦਾਂ ਦਾ ਸ਼ਾਹੂਕਾਰ ਹੈ, ਕਹਿੰਦੇ ਤੂੰ ਆ ਜਾ ਸਿੱਧਾ ਮੇਰੇ ਕੋਲ। ਸੱਚ ਜਾਣੀ ਵਿੱਚ ਕੋਈ ਵਿਚੋਲਾ ਨਾ ਪਾ ਲਈ। ਜੇ ਵਿਚੋਲਾ ਪਾ ਲਿਆ ਤੇਰੇ ਤੇ ਮੇਰੇ ਦਰਮਿਆਨ ਬਹੁਤ ਵੱਡੀ ਵਿੱਥ ਬਣ ਜਾਏਗੀ। ਤੂੰ ਮੇਰੇ ਪਾਸ ਆ। ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਕਹਿੰਦੇ ਦੁਨੀਆ ਦੀਆਂ ਤਮਾਮ ਰਿੱਧੀਆਂ ਸਿੱਧੀਆਂ, ਦੁਨੀਆ ਦੀਆਂ ਤਮਾਮ ਦੌਲਤਾਂ ਮੈਂ ਆਪਣੇ ਹੱਥ ਦੇ ਉੱਤੇ ਧਰੀਆਂ ਨੇ, ਰੱਖੀਆਂ ਨੇ, ਆ ਕੇ ਮੇਰੇ ਪਾਸੋਂ ਲੈ ਜਾ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਤੇਰੇ ਦਰਸ਼ਨ ਮੈਨੂੰ ਸੁਖ ਦਿੰਦੇ ਨੇ, ਤੇਰੇ ਪਿਆਰਿਆਂ ਦੇ ਦਰਸ਼ਨ ਮੇਰੇ ਅੰਦਰ ਨੂੰ ਠੰਡਾ ਪਾ ਦਿੰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਰੱਬ ਦੇ ਤੇ ਰੱਬ ਦੇ ਪਿਆਰਿਆਂ ਦੇ ਵਿੱਚ ਕੋਈ ਅੰਤਰ ਨਹੀਂ ਮੰਨਦੇ। ਰੱਬ ਦੇ ਦਰਸ਼ਨ ਕਰ ਲੈ ਤੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰ ਲੈ। ਗੁਰੂ ਸਵਾਰਿਓ ਇੱਕ ਹੈ, ਕਹਿੰਦੇ ਦਾਤਿਆ ਤੇਰੇ ਦਰਸ਼ਨਾਂ ਨਾਲ ਵੱਡਾ ਸੁਖ ਮਿਲਿਆ ਹੈ। ਹਮਾਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ। ਸੱਜਣੋ ਸੱਚ ਜਾਣਿਓ, ਇੱਕ ਸ਼ਾਹੂਕਾਰ ਤੋਂ ਇਲਾਵਾ ਘਰ ਦੀ ਹਾਲਤ ਨੂੰ ਕੋਈ ਹੋਰ ਦੂਜਾ ਨਹੀਂ ਜਾਣ ਸਕਦਾ। ਪਰ ਤੀਜੇ ਦਿਨ ਸ਼ਾਹੂਕਾਰ ਦੇ ਕੋਲ ਚਲ ਜਾਂਦੇ, ਤੇ ਜਦੋਂ ਤੀਜੇ ਦਿਨ ਚਲੇ ਗਏ ਸ਼ਾਹੂਕਾਰ ਦੇ ਕੋਲ, ਤੇ ਸ਼ਾਹੂਕਾਰ ਨੂੰ ਪਤਾ ਵੀ ਇਹਨੂੰ ਜ਼ਰੂਰਤ ਹੈ ਤੇ ਤਾਂ ਮੇਰੇ ਕੋਲ ਆਇਆ ਹੈ। ਮਾਲਕ ਬੜੇ ਪਿਆਰ ਦੇ ਨਾਲ ਅੰਦਰੋਂ ਜੁੜ ਕੇ ਬਚਨ ਕਰਦੇ ਨੇ, ਕਹਿੰਦੇ ਹਮਰੀ ਬੇਦਨ ਤੂੰ ਜਾਣਤਾ ਸ਼ਾਹ। ਕਹਿੰਦੇ ਹੇ ਸ਼ਾਹੂਕਾਰ ਸਤਿਗੁਰਾ, ਮੇਰੇ ਅੰਦਰ ਦੀ ਵੇਦਨ, ਮੇਰੇ ਅੰਦਰ ਦੀ ਪੀੜ ਨੂੰ ਕੇਵਲ ਤੂੰ ਜਾਣਦਾ ਏ। ਸੱਚ ਜਾਣਿਓ, ਜੇ ਆਪਾਂ ਪੀੜ ਦੀ ਕੋਈ ਡੈਫੀਨੇਸ਼ਨ ਦਈਏ ਨਾ ਕਿਸੇ ਨੂੰ, ਲਿਖ ਕੇ ਵੀ ਪੀੜ ਦੀ ਡੈਫੀਨੇਸ਼ਨ ਨਹੀਂ ਦਿੱਤੀ ਜਾ ਸਕਦੀ, ਬੋਲ ਕੇ ਵੀ ਡੈਫੀਨੇਸ਼ਨ ਨਹੀਂ ਦਿੱਤੀ ਜਾ ਸਕਦੀ। ਹਾਂ, ਜਿਸ ਨੂੰ ਉਹ ਪੀੜ ਕਿਸੇ ਵਕਤ ਹੋਈ ਹੋਵੇਗੀ ਨਾ, ਜਦੋਂ ਆਪਾਂ ਉਹਦੇ ਕੋਲ ਗੱਲ ਕਰਾਂਗੇ, ਉਹਨੂੰ ਉਹ ਚੀਜ਼ ਜਿਹੜੀ ਅਹਿਸਾਸ ਹੋਏਗਾ। ਮੇਰੇ ਮਾਲਕ ਕਹਿੰਦੇ ਹਮਰੀ ਬੇਦਨ ਤੂੰ ਜਾਣਤਾ ਸ਼ਾਹ, ਅਵਰ ਕਿਆ ਜਾਣੇ ਕੋਏ। ਕਹਿੰਦੇ ਮੈਂ ਹੋਰ ਕਿਸੇ ਦੇ ਕੋਲ ਜਾ ਕੇ ਕੀ ਆਖਾਂ, ਹੋਰ ਕੋਈ ਮੇਰੀ ਪੀੜ ਨੂੰ ਸਮਝਦਾ ਹੀ ਨਹੀਂ। ਹਾਂ, ਹੋਰ ਕਿਸੇ ਕੋਲ ਜਾ ਕੇ ਆਪਾਂ ਆਪਣੀ ਪੀੜ ਦੱਸਾਂਗੇ ਨਾ, ਸੁਣ ਲੂਗਾ ਉਹ, ਪਰ ਸੱਚ ਜਾਣਿਓ ਬਾਅਦ ਵਿੱਚ ਮੂੰਹ ਜੋੜ ਜੋੜ ਕੇ ਗੱਲਾਂ ਕਰੂਗਾ, ਬਾਤ ਦਾ ਬਤੰਗੜ ਬਣਾ ਦੂਗਾ। ਸੱਚ ਜਾਣਿਓ, ਅੱਜ ਦੇ ਯੁੱਗ ਦੇ ਅੰਦਰ ਆਪਣਾ ਪੱਖ ਆਪਾਂ ਕਿਸੇ ਦੂਸਰੇ ਵਿਅਕਤੀ ਦੇ ਕੋਲ ਨਸ਼ਰ ਜਾ ਕੇ ਕਰਦੇ ਆ ਨਾ, ਉਹ ਸੁਣ ਲੈਂਦਾ ਆ। ਸੁਣਨ ਤੋਂ ਬਾਅਦ ਉਹ ਤੁਹਾਡੀ ਜ਼ਿੰਦਗੀ ਦਾ ਤਮਾਸ਼ਾ ਬਣਾ ਦਿੰਦਾ ਏ। ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਦਾਤਿਆ ਰੋਜ਼ ਲਿਆ ਕੇ ਇੱਕ ਨਵੀਂ ਵੇਦਨ ਮੈਂ ਤੇਰੇ ਦਰਬਾਰ ਦੇ ਵਿੱਚ ਰੱਖਦਾ, ਪਰ ਤੂੰ ਕੰਨੋਂ ਕੰਨੀ ਵੀ ਖਬਰ ਨਹੀਂ ਦਿੰਦਾ। ਦੁਨੀਆ ਜਿਹੜੀ ਹੈ ਸੁੱਖ ਦੀਆਂ ਖਬਰਾਂ ਸੁਣਦੀ ਹੈ, ਪਰ ਸੱਚ ਜਾਣਿਓ ਗੁਰੂ ਕਹਿੰਦਾ ਕੋਈ ਨਹੀਂ, ਜਿੰਨੇ ਮਰਜ਼ੀ ਦੁੱਖ ਨੇ ਤਕਲੀਫਾਂ ਨੇ ਲਿਆ ਮੈਨੂੰ ਸੁਣਾ, ਮੈਂ ਸੁਣਨ ਵਾਸਤੇ ਤਿਆਰ ਹਾਂ। ਦੁਨੀਆ ਕਹਿੰਦੀ ਹੈ ਖੁਸ਼ੀ ਦੀਆਂ ਗੱਲਾਂ ਸੁਣਾਓ, ਖੁਸ਼ੀ ਦੀਆਂ ਖਬਰਾਂ ਸੁਣਾਓ, ਖੁਸ਼ੀ ਖੁਸ਼ੀ ਬੋਲੋ, ਪਰ ਗੁਰੂ ਕਹਿੰਦਾ ਨਹੀਂ। ਕਿਉਂ? ਕਿਉਂਕਿ ਗੁਰੂ ਸਾਡੀ ਵੇਦਨ ਨੂੰ ਜਾਣਦਾ ਹੈ। ਗੁਰੂ ਤੋਂ ਬਗੈਰ, ਗੁਰੂ ਆਪਣਾ ਆ, ਆਪਣੇ ਕੋਲ ਵੇਦਨ ਦੱਸੋਗੇ ਤੇ ਸੱਜਣੋ ਸੱਚ ਜਾਣਿਓ, ਤੁਹਾਡੀ ਵੇਦਨ ਦੀ, ਤੁਹਾਡੀ ਪੀੜਾ ਦਾ ਮਜ਼ਾਕ ਨਹੀਂ ਉਡਾਏਗਾ। ਉਹਨੂੰ ਪਤਾ ਇਹਨੂੰ ਪੀੜ ਹੈ, ਇਹ ਪੀੜ ਦੇ ਕਾਰਨ ਵਿਰਲਾਪ ਕਰਦਾ ਹੈ। ਦੂਸਰਾ ਤੇ ਆਖੇਗਾ ਹਾਂ ਨਖਰੇ ਕਰਦਾ ਹੈ, ਇਹਦੀ ਅੱਖਾਂ ਵਿੱਚ ਹੰਝੂ ਜਿਹੜੇ ਨੇ ਪਖੰਡ ਦੇ ਨੇ, ਨਖਰੇ ਦੇ ਨੇ। ਪਰ ਮੇਰਾ ਮਾਲਕ ਕਹਿੰਦਾ ਨਹੀਂ, ਉਹਨੂੰ ਪੁੱਛ ਕੇ ਵੇਖ ਜਿਹਦੇ ਕਾਲਜੇ ਦੇ ਉੱਤੇ ਬਿਰਹਾ ਦੀ ਸੱਟ ਵੱਜੀ ਹੋਈ ਹੈ, ਜਿਹੜਾ ਦਿਨੇ ਵੀ ਵਿਲਕਦਾ ਹੈ ਤੇ ਰਾਤ ਵੀ ਵਿਲਕਦਾ ਹੈ, ਵਿਛੋੜੇ ਦੇ ਅਸਹਿ ਪੀੜਾ ਦੇ ਵਿੱਚੋਂ ਗੁਜ਼ਰਦਾ ਹੈ। ਮੇਰਾ ਮਾਲਕ ਕਹਿੰਦੇ ਦਾਤਿਆ ਤੇਰੇ ਤੋਂ ਬਗੈਰ ਮੇਰੀ ਇਸ ਵੇਦਨ ਨੂੰ, ਮੇਰੀ ਇਸ ਪੀੜ ਨੂੰ ਹੋਰ ਕੋਈ ਸਮਝ ਨਹੀਂ ਸਕਦਾ, ਤੇ ਮੈਂ ਕਿਸੇ ਹੋਰ ਦੇ ਅੱਗੇ ਆਪਣੀ ਪੀੜ ਦਾ ਪ੍ਰਗਟਾਵਾ ਵੀ ਨਹੀਂ ਕਰਦਾ। ਰਹਾਓ ਕੇਂਦਰੀ ਭਾਵ ਬਖਸ਼ਿਆ, ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ। ਰਹਾਓ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ। ਇੰਨਾ ਮਾਣ ਆਪਣੇ ਸਾਹਿਬ ਦੇ ਉੱਤੇ, ਆਪਣੇ ਸ਼ਾਹੂਕਾਰ ਦੇ ਉੱਤੇ। ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ, ਮੇਰੇ ਸ਼ਾਹੂਕਾਰਾ ਤੂੰ ਪਹਿਲੋਂ ਵੀ ਸੱਚ
ਤੂੰ ਹੁਣ ਵੀ ਸੱਚ ਤੇ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਹੀ ਰਹੇਗਾ। ਤੇਰਾ ਕੀਆ ਸੱਚ ਸਭ ਹੋਏ। ਜੋ ਆਪ ਜੀ ਦਾ ਬਣਾਇਆ ਹੋਇਆ ਇਹ ਸਾਰੇ ਦਾ ਸਾਰਾ ਜਗਤ ਹੈ, ਇਹ ਵੀ ਸੱਚਾ ਤੇ ਸਥਿਰ ਹੈ। ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਾਹੀ ਕੋਇ। ਕਿੰਨੇ ਸਪਸ਼ਟ ਬੋਲ ਨੇ ਦਾਤਿਆ, ਮੈਂ ਇੱਥੇ ਕਿੰਨੂੰ ਸੱਚਾ ਤੇ ਕਿੰਨੂੰ ਝੂਠਾ ਆਖਾਂ? ਮੈਨੂੰ ਤੇ ਝੂਠਾ ਦਿਸਦਾ ਕੋਈ ਨਹੀਂ। ਸੱਜਣੋ, ਸੱਚ ਜਾਣਿਓ, ਕਿਸੇ ਵਿਅਕਤੀ ਦੀ ਨਜ਼ਰ ਦਾ ਇਲਾਜ ਆਪਾਂ ਕਰ ਸਕਦੇ ਹਾਂ, ਪਰ ਕਿਸੇ ਦੇ ਨਜ਼ਰੀਏ ਦਾ ਇਲਾਜ ਆਪਾਂ ਨਹੀਂ ਜੇ ਕਰ ਸਕਦੇ। ਜਿੱਦਾਂ ਦੀ ਐਨਕ ਜਗਤ ਦੇ ਵਿੱਚ ਲਾ ਕੇ ਵੇਖੋਗੇ ਨਾ, ਕਾਲੀ ਐਨਕ ਲਾ ਲੋਗੇ ਸਾਰਾ ਜਗਤ ਕਾਲਾ ਦਿਸੂਗਾ। ਹਰੇ ਰੰਗ ਦੀ ਐਨਕ ਲਾ ਲੋਗੇ ਸਾਰਾ ਜਗਤ ਹਰਿਆ ਦਿਸੂਗਾ। ਕਹਿੰਦੇ ਦਾਤਿਆ, ਮੈਨੂੰ ਤੇ ਇੱਥੇ ਝੂਠਾ ਕੋਈ ਨਹੀਂ ਲੱਗਦਾ। ਕਿਉਂ? ਕਿਉਂਕਿ ਤੇਰਾ ਹੀ ਬਣਾਇਆ ਹੋਇਆ ਇਹ ਸਾਰਾ ਜਗਤ ਹੈ। ਤੇ ਜੇ ਤੇਰਾ ਬਣਾਇਆ ਹੋਇਆ ਹੈ, ਫਿਰ ਇਹ ਝੂਠਾ ਕਿਵੇਂ ਹੋ ਸਕਦਾ ਹੈ? ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝ ਹੈ ਧਿਆਵਹਿ ਦਿਨ ਰਾਤ। ਹੇ ਮੇਰੇ ਸ਼ਾਹੂਕਾਰਾ, ਹੇ ਮੇਰੇ ਅਕਾਲ ਪੁਰਖ ਸਤਿਗੁਰਾ, ਸਾਰਿਆਂ ਦੇ ਵਿੱਚ ਤੂੰ ਵਰਤਦਾ ਹੈ। ਤੂੰ ਆਹ ਪੱਖ ਸਮਝ ਲਈਏ ਨਾ, ਤੇ ਸਾਡੇ ਘਰਾਂ ਪਰਿਵਾਰਾਂ ਦੀ ਜ਼ਿੰਦਗੀ ਸੁਖਦਾਈ ਹੋ ਜੇ। ਆਪਾਂ ਸਮਝ ਲੈਨੇ ਇਹ ਕੇਵਲ ਮੇਰੀ ਮਾਂ ਆ, ਇਹ ਕੇਵਲ ਮੇਰਾ ਪਿਤਾ ਆ, ਇਹ ਕੇਵਲ ਮੇਰੇ ਬੱਚੇ ਨੇ, ਆ ਕੇਵਲ ਮੇਰੀ ਪਤਨੀ ਹੈ। ਪਰ ਧਰਮ ਕਮਾਉਣ ਵਾਸਤੇ ਅਸੀਂ ਕਹਿੰਦੇ ਅਸੀਂ ਗੁਰਦੁਆਰੇ ਸਾਹਿਬ ਚੱਲੇ ਹਾਂ। ਸੱਚ ਜਾਣਿਓ, ਜਦੋਂ ਸਾਨੂੰ ਸਾਡੇ ਪਰਿਵਾਰਾਂ ਦੇ ਵਿੱਚੋਂ ਰੱਬ ਦਿਸਣਾ ਸ਼ੁਰੂ ਹੋ ਗਿਆ, ਅਸੀਂ ਕਿਸੇ ਦੇ ਨਾਲ ਕੌੜਾ ਨਹੀਂ ਬੋਲਾਂਗੇ। ਆਪਾਂ ਜਦੋਂ ਗੁਰਦੁਆਰੇ ਸਾਹਿਬ ਆਏ, ਕਦੀ ਕਿਸੇ ਨਾਲ ਕੌੜਾ ਬੋਲੇ, ਫਿੱਕਾ ਬੋਲੇ, ਕਹਿੰਦੇ ਨਹੀਂ ਗੁਰਦੁਆਰਾ ਸਾਹਿਬ ਹੈ, ਇੱਥੇ ਉੱਚੀ ਨਹੀਂ ਬੋਲਣਾ। ਕਿਉਂ? ਕਿਉਂਕਿ ਇਹ ਗੁਰਦੁਆਰਾ ਸਾਹਿਬ ਹੈ। ਜਿਸ ਦਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਿਸ਼ਨ ਅਨੁਸਾਰ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ, ਜਿਸ ਦਿਨ ਸਾਨੂੰ ਸਾਡੇ ਪਰਿਵਾਰਾਂ ਦੇ ਵਿੱਚੋਂ ਗੁਰੂ ਦੇ ਦਰਸ਼ਨ ਹੋਏ, ਅਕਾਲ ਪੁਰਖ ਦੇ ਦਰਸ਼ਨ ਹੋਏ, ਆਂਢ ਗੁਆਂਢ ਪਿੰਡ ਪੀੜ ਤੇ ਸ਼ਹਿਰ ਦੇ ਵਿੱਚੋਂ ਗੁਰੂ ਦੇ ਦਰਸ਼ਨ ਹੋਏ, ਫਿਰ ਗੁਰੂ ਸਵਾਰਿਓ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਇ ਪਾਈ, ਨਾ ਕੋ ਬੈਰੀ ਨਾਹੇ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਕਹਿੰਦੇ ਦਾਤਿਆ, ਸਾਰਿਆਂ ਵਿੱਚ ਹੀ ਤੂੰ ਵਰਤਦਾ ਹੈ ਤੇ ਸਾਰੇ ਤੈਨੂੰ ਚੇਤੇ ਕਰਦੇ ਨੇ। ਕੀ ਦਿਨ ਤੇ ਰਾਤ ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾ, ਤੋ ਸਭਨਾ ਕਰ ਹੈ ਇੱਕ ਦਾਤ। ਇਹ ਸ਼ਾਹੂਕਾਰਾ, ਦੁਨੀਆ ਦੇ ਸ਼ਾਹੂਕਾਰ ਵੱਖਰੇ ਵੱਖਰੇ ਨੇ। ਕਈ ਤੇ ਬੜੀ ਛੇਤੀ ਸ਼ਾਹੂਕਾਰ ਬਦਲ ਲੈਂਦੇ ਨੇ। ਕਿਉਂ? ਜਦੋਂ ਮੱਥੇ ਤੇ ਤਿਉੜੀ ਪਾ ਲਈ ਸ਼ਾਹੂਕਾਰ ਨੇ, ਸ਼ਾਹੂਕਾਰ ਬਦਲ ਲਈ। ਕਹਿੰਦੇ ਮੇਰਿਆ ਮਾਲਕਾ, ਤਮਾਮ ਦੁਨੀਆ ਦੇ ਲੋਕ ਆ ਕੇ ਤੇਰੇ ਦਰਬਾਰ ਦੇ ਵਿੱਚੋਂ ਮੰਗਦੇ ਨੇ ਤੇ ਕੋਈ ਵੀ ਨਿਰਾਸ਼ਾ ਨਹੀਂ ਜਾਂਦਾ। ਜੇ ਬੱਚਾ ਆ ਕੇ ਮੰਗ ਰਿਹਾ ਹੈ ਨਾ, ਬੱਚੇ ਨੂੰ ਬੱਚੇ ਦੀ ਮੰਗ ਅਨੁਸਾਰ ਦਿੱਤਾ ਜਾ ਰਿਹਾ। ਜੇ ਨੌਜਵਾਨ ਆ ਕੇ ਗੁਰੂ ਕੋਲੋਂ ਮੰਗਦਾ ਹੈ ਨਾ, ਮਹਾਰਾਜ ਉਹਦੇ ਯੰਗ ਬਲੱਡ ਦੇ ਅਨੁਸਾਰ ਉਸ ਦੀ ਡਿਮਾਂਡ ਪੂਰੀ ਕਰਦੇ ਨੇ। ਤੇ ਜੇ ਕੋਈ ਬਜ਼ੁਰਗ ਆ ਕੇ ਮੰਗਦਾ ਹੈ ਨਾ ਦਾਤੇ ਦੇ ਕੋਲੋਂ, ਮਾਲਕ ਉਸ ਬਜ਼ੁਰਗ ਦੀ ਬਜ਼ੁਰਗੀ ਦੇ ਅਨੁਸਾਰ ਦਾਤ ਦਿੰਦੇ ਨੇ। ਦਾਤਿਆ, ਸਾਰੇ ਤੇਰੇ ਕੋਲੋਂ ਹੀ ਮੰਗਦੇ ਨੇ। ਸਭਨਾ ਕਰੇ ਇੱਕ ਦਾਤ, ਤੇ ਸਾਰਿਆਂ ਨੂੰ ਆਪ ਜੀ ਦਾਤਾਂ ਦਿੰਦੇ ਹੋ। ਔਰ ਸੱਚ ਜਾਣਿਓ, ਦੱਦਾ ਦਾਤਾ ਏਕ ਹੈ। ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸ ਕੈ ਦੀਏ ਰਹਿ ਅਕਾਏ, ਬਾਹਰ ਨਾ ਤ੍ਰਿਸ਼ਨਾ ਲਾਗੇ ਆਏ। ਮੇਰਾ ਮਾਲਕ ਕਹਿੰਦਾ, ਕਿਸੇ ਦੇ ਕੋਲੋਂ ਨਾ ਮੰਗਣ ਚਲ ਜੀ, ਕਿਸੇ ਦੇ ਧਾਰੀ ਕੋਲੋਂ ਨਾ ਮੰਗਣ ਚਲ ਜੀ। ਹਾਂ, ਸ਼ਬਦ ਦੇ ਕੋਲੋਂ ਮੰਗੀ। ਆਪਣੇ ਗੁਰੂ ਕੋਲੋਂ ਮੰਗੇਗਾ ਨਾ, ਗੁਰੂ ਤੈਨੂੰ ਝੋਲੀਆਂ ਭਰ ਕੇ ਨਵਾਜ ਕੇ ਤੋਰੇਗਾ। ਪਰ ਜੇਕਰ ਦੇਹ ਦੇ ਕੋਲੋਂ ਮੰਗੇਗਾ, ਦੇਹ ਤੇ ਆਪ ਰੋਗੀ ਹੈ। ਜਿਹੜਾ ਆਪ ਬਨੁੱਖ ਰੋਗੀ ਹੈ, ਸੱਜਣੋ ਸੱਚ ਜਾਣਿਓ, ਉਹ ਸਾਨੂੰ ਕੁਝ ਨਹੀਂ ਜੇ ਦੇ ਸਕਦਾ। ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ, ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਜੇ ਸਾਹਿਬ ਕੇ ਘਰ ਵੱਤ ਹੋਵੇ, ਸੋ ਨਫਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਕਹਿੰਦੇ ਦਾਤਿਆ, ਸਾਰੇ ਤੇਰੇ ਕੋਲੋਂ ਮੰਗਦੇ ਨੇ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ,
ਤੁਝ ਤੇ ਬਾਹਰ ਕੋਈ ਨਾਹੀ। ਸਾਰਾ ਜਗਤ ਮਾਲਕਾ ਤੇਰੇ ਹੁਕਮ ਦੇ ਵਿੱਚ ਹੈ। ਔਰ ਸੱਚ ਜਾਣਿਓ, ਜਦੋਂ ਕੋਈ ਗਰਾਊਂਡ ਤਿਆਰ ਹੁੰਦੀ ਹੈ ਨਾ, ਗਰਾਊਂਡ ਦੀ ਬਾਉਂਡਰੀ ਦੇ ਅੰਦਰ ਖਿਡਾਰੀ ਖੇਡਦੇ ਨੇ। ਗਰਾਊਂਡ ਕਦੀ ਗਲਤ ਨਹੀਂ ਜੇ ਹੋਈ, ਖਿਡਾਰੀ ਹਮੇਸ਼ਾ ਗਲਤ ਹੋ ਜਾਂਦੇ ਨੇ। ਗਰਾਊਂਡ ਸਥਿਰ ਹੈ, ਗਰਾਊਂਡ ਸਹੀ ਹੈ, ਪਰ ਉਹਦੇ ਵਿੱਚ ਖੇਡਣ ਵਾਲਾ ਖਿਡਾਰੀ ਗਲਤ ਹੋ ਸਕਦਾ ਹੈ। ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰਾ ਜਗਤ ਰਚਿਆ ਹੈ। ਅਸੀਂ ਖਿਡਾਰੀਆਂ ਦੀ ਤਰ੍ਹਾਂ ਖੇਡ ਰਹੇ ਹਾਂ ਤੇ ਬਹੁਤ ਸਾਰੇ ਖਿਡਾਰੀ ਫਾਉਲ ਹੋ ਰਹੇ ਨੇ, ਗਲਤ ਖੇਡ ਖੇਡ ਰਹੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਸਾਰੇ ਜੀਵ ਤੇਰੇ ਵਿੱਚ ਹੀ ਨੇ, ਤੇਰੇ ਪੈਦਾ ਕੀਤੇ ਹੋਏ ਨੇ, ਤੇਰੇ ਹੁਕਮ ਤੋਂ ਬਾਹਰ ਕੋਈ ਵੀ ਜੀਵ ਨਹੀਂ ਹੈ। ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ। ਤੇ ਜਦੋਂ ਸਾਰੇ ਜੀਵ ਤੇਰੇ ਨੇ, ਤੂੰ ਸਾਰਿਆਂ ਦਾ ਹੈ, ਤੇ ਜਦੋਂ ਸਾਰਿਆਂ ਦੀ ਜੀਵਨ ਦੀ ਸੀਮਾ ਸਮਾਪਤ ਹੋ ਜਾਂਦੀ ਹੈ ਨਾ, ਸਾਰੇ ਤੇਰੇ ਵਿੱਚ ਹੀ ਸਮਾ ਜਾਂਦੇ ਨੇ। ਤੇ ਕਈ ਵਾਰ ਸਾਡੇ ਮਨ ਦਾ ਫੁਰਨਾ ਬਣਦਾ ਵੀ ਜੀਵ ਆਉਂਦੇ ਨੇ ਤੇ ਜੀਵ ਜਾਂਦੇ ਕਿੱਥੇ ਨੇ, ਚਲੇ ਕਿੱਥੇ ਜਾਂਦੇ ਨੇ। ਤੇ ਦਸ਼ਮੇਸ਼ ਪਾਤਸ਼ਾਹ ਮਹਾਰਾਜ ਜੀ ਦਾ ਬੜਾ ਪਿਆਰਾ ਦਸਮ ਦਾ ਬਚਨ ਹੈ, ਕਹਿੰਦੇ ਜੈਸੇ ਇੱਕ ਆਗ ਤੇ कनुका कोट आग उठे न्यारे न्यारे होए के फिर आग में मिलेंगे, जैसे एक धूर ते अनेक धूर पूरत है धूर ते कनुका फिर धूर ही समाएंगे, जैसे एक नद ते तरंग कोट उपजत हैं पान के तरंग सबे पान ही कहाएंगे, तैसे विश्व रूप ते अपूत पूत प्रगट होए ताही ते उपज ताही बिखे समाहेंगे। जिन्हों गुरु तेग बहादुर जी फरमाउंदे ने कि जैसे जल ते बुध बुधा उपजै बिन सै नीत, जग रचना तैसे रची कहो नानक सुन मीत। दातिया जीव तेरे चों ही पैदा हुंदे ने, तेरे विच ही समा जांदे हन। सबना की तू आस है मेरे प्यारे, सब तुझ है ध्यावै मेरे साहो। हे अकाल पुरख वाहिगुरु शाहूकार सारे तेरी आस दे उत्ते बैठे ने, क्योंकि तू सारियां दे विच बैठा होया है ते सारे तैनू चेते करदे हन। ज्यों भावै त्यों रख तू मेरे प्यारे, सच नानक के पातशाह। भावे दा अर्थ है मर्जी, कहंदे दातिया जिद्दां तैनू भाउंदा है, जिद्दां तैनू चंगा लगदा है उदां तू मैनू रख। सच्चे पातशाह महाराज जी तुसी सच्चे हो, तुहाडीआं पातशाहियां भी सच्चियां ने। इत्थों तक गुरु सवारियो श्री मुखवाक साहब जी की कथा से, जो दीवान हाल मंजी साहब विखे लड़ीवार कथा चलती है शब्द दी, मेरे धन गुरु ग्रंथ साहब पातशाह महाराज जी दी, आओ वो भी सरवण करिए जी। सतनाम श्री वाहिगुरु साहिब जी। तृतीया ब्रह्मा विष्णु महेशा। तृतीया तो भाव हुंदा है पूर्णमाशी तो तीसरा दिन। कहंदे दातिया ब्रह्मा भी तेरा पैदा कीता है, विष्णु भी तेरा पैदा कीता होया, महेशा शिव वो भी आप जी दा पैदा कीता है। देवी देव उपाय वेशा। कई तरह दियां देवियां आप जी ने पैदा कीतियां ने, उन्हां दे कई तरह दे वेश लिबास भी आप जी दे पैदा कीते होए ने। ज्योति जाति गणत न आवे। और जिन्ने भी जीव पैदा कीते ने उन्हां विच आप जी दी जोत आत्मा रूप दे विच सुभाएमान है, गणत ने आवे। किन्ने को पैदा कीते ने मालका, उन्हां दी गिनती हो नहीं सकती। जिन साजी सो कीमत पावे। कोई वाहिगुरु अकाल पुरख वाहिगुरु मित नूं जान सकदा है जिन्ने ये सारी रचना रची हुई है। कीमत पाए रहया भरपूर। जेड़ा परमात्मा कीमत नूं जानदा है, अंदर वसदा है, ते सज्जणों सच जाणियो सारियां दे विच परिपूर्ण है। सबे घट राम बोले रामा बोले। इस दुनिया दे अंदर वख वख तरह दे धर्म पाए जांदे, वख वख तरह दे लोक पाए जांदे, पर सज्जणों सच जाणियो
ਹਰੇਕ ਇਨਸਾਨ ਦੇ ਹਿਰਦੇ ਦੇ ਅੰਦਰ ਰੱਬ ਦੀ ਜੋਤ ਆ। ਸਭ ਜੋਤ ਤੇਰੀ ਜਗ ਜੀਵਨ। ਤੇ ਸੱਜਣੋ ਸੱਚ ਜਾਣਿਓ, ਉਸ ਦਾਤੇ ਨੂੰ ਅੱਲਾ ਕਹਿ ਲਓ, ਉਹਨੂੰ ਰਾਮ ਕਹਿ ਲਓ, ਉਹਨੂੰ ਰਹੀਮ ਕਹਿ ਲਓ, ਉਹਨੂੰ ਵਾਹਿਗੁਰੂ ਕਹਿ ਲਓ, ਗੱਲ ਇੱਕ ਆ। ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਬੜਾ ਪਿਆਰਾ, ਕਹਿੰਦੇ ਜੈਸੇ ਆਦ ਅੰਤ ਪ੍ਰਯੰਤ ਹੰਤ ਸਕਲ ਸੰਸਾਰ ਕੋ ਉਧਾਰ ਪਇਓ ਤਾਹੀ ਸੇ। ਕਹਿੰਦੇ ਅਨਾਜ, ਉਸੇ ਅਨਾਜ ਨੂੰ ਕੋਈ ਰੋਟੀ ਕਹਿ ਰਿਹਾ, ਉਸੇ ਆਟੇ ਦੇ ਬਣੇ ਹੋਏ ਨੂੰ ਕੋਈ ਬ੍ਰੈਡ ਕਹਿ ਰਿਹਾ ਹੈ, ਉਸੇ ਨੂੰ ਕੋਈ ਪ੍ਰਸ਼ਾਦਾ ਕਹਿ ਰਿਹਾ ਹੈ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਦੋਂ ਕੋਈ ਵੀ ਖਾਂਦਾ ਹੈ, ਕਿਸੇ ਵੀ ਰੂਪ ਦੇ ਵਿੱਚ ਖਾਂਦਾ ਹੈ ਨਾ, ਉਹ ਆਟਾ, ਉਹ ਕਣਕ ਉਸ ਦੇ ਪੇਟ ਦੀ ਪੂਰਤੀ ਜ਼ਰੂਰ ਕਰਦਾ ਹੈ। ਇਸੇ ਤਰੀਕੇ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਵੇਸ਼, ਤਰ੍ਹਾਂ ਤਰ੍ਹਾਂ ਦੇ ਪਹਿਰਾਵੇ, ਤਰ੍ਹਾਂ ਤਰ੍ਹਾਂ ਦੀਆਂ ਦੇਵੀਆਂ ਪ੍ਰਮਾਤਮਾ ਨੇ ਪੈਦਾ ਕੀਤੀਆਂ ਨੇ। ਤੇ ਇਹ ਵੀ ਗੱਲ ਆ, ਜਿੰਨੀ ਦੇਰ ਤੱਕ ਸੂਰਜ ਨਹੀਂ ਨਾ ਚੜਿਆ ਹੁੰਦਾ, ਵੱਖ-ਵੱਖ ਤਰ੍ਹਾਂ ਦੇ ਤਾਰੇ ਆਕਾਸ਼ ਦੇ ਵਿੱਚ ਟਿਮਟਮਾਉਂਦੇ ਨੇ। ਜੇ ਸਪੋਜ਼ ਕਰ ਲਓ ਆਕਾਸ਼ ਦੇ ਵਿੱਚ ਤਾਰੇ ਨਾ ਹੋਣ ਤੇ ਉਹ ਆਕਾਸ਼ ਸੋਹਣਾ ਨਹੀਂ ਲੱਗਣਾ। ਚੰਦਰਮਾ ਦੀ ਆਪਣੀ ਭੂਮਿਕਾ ਹੈ, ਤਾਰਿਆਂ ਦੀ ਆਪਣੀ ਭੂਮਿਕਾ ਹੈ। ਤਾਰਿਆਂ ਦੇ ਕਰਕੇ ਹੀ ਗਗਨ ਸੁਹਾਵਣਾ ਲੱਗਦਾ ਹੈ। ਪਰ ਸੱਜਣੋ ਫਿਰ ਜਦੋਂ ਸੂਰਜ ਚੜ ਜਾਂਦਾ ਹੈ ਨਾ, ਤਾਰਿਆਂ ਦੀ ਕੋਈ ਪੇਸ਼ ਨਹੀਂ ਜਾਂਦੀ। ਇਸੇ ਤਰ੍ਹਾਂ ਵੱਖ-ਵੱਖ ਦੁਨੀਆ ਦੇ ਅੰਦਰ ਧਰਮ ਤਾਰਿਆਂ ਦੀ ਤਰ੍ਹਾਂ ਚਮਕਦੇ ਨੇ। ਪਰ ਜਦੋਂ ਸਿੱਖੀ ਦਾ ਸੂਰਜ ਚੜ੍ਹਦਾ ਹੈ ਨਾ, ਫਿਰ ਹੌਲੀ ਹੌਲੀ ਇਹਨਾਂ ਦਾ ਪ੍ਰਕਾਸ਼ ਮੱਧਮ ਪੈ ਜਾਂਦਾ ਹੈ। ਇਹ ਸਿੱਖੀ ਦਾ ਸੂਰਜ ਦੂਰ ਦੂਰ ਤੱਕ ਚਮਕਦਾ ਹੈ ਤੇ ਸਾਰਿਆਂ ਵਾਸਤੇ ਬਰਾਬਰ ਦੀ ਰੌਸ਼ਨੀ ਦਿੰਦਾ ਹੈ। ਗੁਰਸਿੱਖੀ ਧਰਮ ਦਾ ਸੂਰਜ ਕਿਸ ਨੇੜਾ ਕਿਸ ਆਖਾ ਦੂਰ। ਕਹਿੰਦੇ ਦਾਤਿਆ ਮੈਂ ਕੀ ਆਖਾਂ ਕਿ ਕਿਹੜਾ ਪਰਮਾਤਮਾ ਤੋਂ ਜ਼ਿਆਦਾ ਨੇੜੇ ਹੈ ਤੇ ਕਿਹੜਾ ਦੂਰ ਹੈ। ਚੌਥੇ ਉਪਾਏ ਚਾਰੇ ਬੇਦਾ। ਪਰਮਾਤਮਾ ਸੱਚੇ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਕਹਿੰਦੇ ਦਾਤਿਆ ਮੈਂ ਕਿਹਨੂੰ ਆਖਾਂ ਕਿਹੜਾ ਨੇੜੇ ਹੈ ਤੇ ਕਿਹੜਾ ਦੂਰ ਹੈ। ਤੇ ਸੱਜਣੋ ਸੱਚ ਜਾਣਿਓ, ਭਗਤ ਰਵਿਦਾਸ ਸਾਹਿਬ ਜੀ ਦਾ ਬੜਾ ਪਿਆਰਾ ਬੋਲਿਆ ਕਿ ਦਾਤਿਆ ਉਹ ਪ੍ਰਮਾਤਮਾ ਦਾ ਜਿਹੜਾ ਸੁੰਦਰ ਸਰੂਪ ਆ ਉਹ ਹੱਥ ਤੋਂ ਵੀ ਨੇੜੇ ਆ। ਕਹਿ ਰਵਿਦਾਸ ਹੱਥ ਪੈ ਨੇੜੇ ਸਹਜੇ ਹੋਏ ਸੋ ਹੋਏ। ਜਿਵੇਂ ਸਾਡਾ ਹੱਥ ਸਾਡੇ ਹਰੇਕ ਅੰਗ ਤੱਕ ਪਹੁੰਚ ਕਰਦਾ ਏ, ਇਸੇ ਤਰੀਕੇ ਦੇ ਨਾਲ ਭਾਵੇਂ ਕੋਈ ਜੀਵ ਕਿਸੇ ਵੀ ਧਰਮ ਦੇ ਵਿੱਚ ਪੈਦਾ ਹੋਇਆ ਏ, ਕਿਸੇ ਵੀ ਰਿਲੀਜਨ ਦੇ ਵਿੱਚ ਪੈਦਾ ਹੋਇਆ ਏ, ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਤੇ ਹਸਤੀ ਸਾਰਿਆਂ ਦੇ ਉੱਤੇ ਹੈ। ਸਾਰਿਆਂ ਦੇ ਉੱਤੇ ਉਸ ਵਾਹਿਗੁਰੂ ਦੀ ਛਤਰ ਛਾਇਆ ਚੱਲਦੀ ਹੈ। ਤੇ ਕੋਈ ਵੀ ਬੰਦਾ ਇਸ ਚੀਜ਼ ਦਾ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਜ਼ਿਆਦਾ ਨੇੜੇ ਹਾਂ ਤੇ ਉਹ ਜ਼ਿਆਦਾ ਦੂਰ ਹੈ। ਸੱਜਣੋ ਹਰੇਕ ਧਰਮ ਦੇ ਵਿੱਚ ਚੰਗੇ ਮਨੁੱਖ ਪਾਏ ਜਾਂਦੇ ਨੇ, ਹਰੇਕ ਧਰਮ ਦੇ ਅੰਦਰ ਮੰਦੇ ਵੀ ਪਾਏ ਜਾਂਦੇ ਨੇ। ਹਰੇਕ ਮਨੁੱਖ ਦੇ ਵਿੱਚ ਗੁਣ ਵੀ ਨੇ ਤੇ ਅਵਗੁਣ ਵੀ ਦਾਤੇ ਦਤਾਰ ਅਕਾਲ ਪੁਰਖ ਵਾਹਿਗੁਰੂ ਨੇ ਬਰਾਬਰ ਦੇ ਪਾ ਕੇ ਰੱਖੇ ਨੇ। ਇਸੇ ਤਰੀਕੇ ਦੇ ਨਾਲ ਮੇਰੇ ਦਾਤਾ ਇਹ ਸ਼ਬਦ ਦੇ ਅੰਦਰ ਸਾਨੂੰ ਸਮਝਾ ਰਹੇ ਨੇ ਕਿ ਦਾਤੇ ਦਤਾਰ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੋਇਆ ਹੈ। ਜਿਸ ਪਰਮਾਤਮਾ ਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ ਤੇ ਸੱਜਣਾ ਧਿਆਨ ਦੇਈ, ਉਸ ਪਰਮਾਤਮਾ ਨੂੰ ਬੈਠ ਕੇ ਆਰਾਧਿਆ ਕਰ। ਤੇ ਹਰੇਕ ਗੁਰਸਿੱਖ ਨੂੰ ਹੁਕਮ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਉਹ ਪੰਜ ਬਾਣੀਆਂ ਦਾ ਨਿਤਨੇਮੀ ਹੋਵੇ। ਅੰਮ੍ਰਿਤ ਵੇਲੇ ਉੱਠੇ ਤੇ ਪੰਜ ਬਾਣੀਆਂ ਦਾ ਨੇਮ ਕਰੇ। ਸ਼ਾਮ ਨੂੰ ਸੋਦਰ ਸੋਹਿਲਾ ਸਾਹਿਬ ਜੀ ਦਾ ਜਾਪ ਕਰੇ। ਸੱਚ ਜਾਣਿਓ ਇਹ ਸਾਡੇ ਵਾਸਤੇ ਕੰਪਲਸਰੀ ਆ, ਲਾਜ਼ਮੀਆਂ ਨਿਤਨੇਮ। ਤੇ ਪੰਥ ਪ੍ਰਵਾਨ ਤ੍ਰੈਤ ਮਰਿਆਦਾ ਦੇ ਅੰਦਰ ਇੱਕ ਬਚਨ ਹੋਰ ਦਰਜਿਆ ਕਿ ਹਰੇਕ ਸਿੱਖ ਵਾਹ ਲੱਗਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਜ਼ਰੂਰ ਕਰੇ। ਤੇ ਸੱਚ ਜਾਣਿਓ ਆਪੋ ਆਪਣੇ ਘਰ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੀ ਕਾਪੀ ਜ਼ਰੂਰ ਰੱਖੋ। ਸਾਡੇ ਜਨਮ ਤੋਂ ਲੱਗ ਕੇ ਮਰਨ ਤੱਕ ਇਹ ਜਿਹੜੀਆਂ ਦੁਬਿਧਾਵਾਂ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ, ਇਹਦਾ ਕਾਰਨ ਆ ਕਿ ਅਸੀਂ ਉਹ ਸਿੱਖ ਰਹਿਤ ਮਰਿਆਦਾ ਦੇ ਅਸੀਂ ਦਰਸ਼ਨ ਨਹੀਂ ਕੀਤੇ। ਜੇ ਸਿੱਖ ਰਹਿਤ ਮਰਿਆਦਾ ਘਰ ਘਰ ਦੇ ਵਿੱਚ ਪਹੁੰਚ ਜੇ, ਫ੍ਰੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪ ਕੇ ਫ੍ਰੀ ਵੰਡ ਰਹੀ ਹੈ। ਪਰ ਸੱਜਣੋ ਸੱਚ ਜਾਣਿਓ ਸਾਡਾ ਉਹ ਸੰਵਿਧਾਨ ਸਾਡੇ ਘਰਾਂ ਤੱਕ ਨਹੀਂ ਪਹੁੰਚਿਆ।
ਜੇ ਉਹ ਪਹੁੰਚ ਜਾਏ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜ਼ੋਰੀ ਗੁਰਮੁਖ ਬੈਸੋ ਸਫਾ ਵਿਛਾਏ। ਮੇਰੇ ਸੱਚੇ ਪਾਤਸ਼ਾਹ ਮਹਾਰਾਜ ਲੜੀਵਾਰ ਵਿਚਾਰ ਦੇ ਵਿੱਚ ਬੜੇ ਪਿਆਰ ਦੇ ਨਾਲ ਇਹ ਬਚਨ ਦਰਜ ਕਰਦੇ ਨੇ, ਦਾਤਿਆ ਦੁਨੀਆ ਦੀ ਕੋਈ ਤਾਕਤ ਤੇਰੀ ਕੀਮਤ ਨਹੀਂ ਪਾ ਸਕਦੀ, ਸਾਰੇ ਤੇਰੇ ਤੋਂ ਨੇੜੇ ਨੇ, ਸਮਾਂ ਪੂਰਾ ਹੋ ਗਿਆ, ਭੁੱਲ ਗਲਤੀ ਲਈ ਖਿਮਾ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਤੇ ਦੇਹਧਾਰੀ ਗੁਰੂ ਡੰਮ ਦਾ ਤਿਆਗ ਕਰੋ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰ ਸਮਾਪਤੀ ਕਰੀਏ ਜੀ। ਜੋਤੀ ਜਾਤੀ ਗਣਤ ਨ ਆਵੈ, ਜਿਨ ਸਾਜੀ ਸੋ ਕੀਮਤ ਪਾਵੈ, ਕੀਮਤ ਪਾਏ ਰਹਿਆ ਭਰਪੂਰ, ਕਿਸ ਨੇੜੇ ਕਿਸ ਆਖਾਂ ਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।